ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਸਿੱਖ ਵਿਊ ਪੁਆਇੰਟ ਚੈਨਲ ਨਾਲ ਜੁੜਨ ਲਈ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਜਿਸ ਮਸਲੇ ਬਾਰੇ ਆਪਾਂ ਗੱਲ ਕਰਨੀ ਹੈ ਉਹ ਹੈ ਸ਼ਹੀਦ ਮਦਨ ਲਾਲ ਢੀਂਗਰਾ। ਕਿਉਂਕਿ ਪਿਛਲੇ 17 ਅਗਸਤ ਨੂੰ ਤੁਸੀਂ ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ ਦੇਖੇ ਹੋਣਗੇ। ਭਾਰਤ ਦੀ ਕੋਈ ਵੀ ਮੇਨ ਸਟਰੀਮ ਪਾਰਟੀ ਨਹੀਂ ਹੋਣੀ ਜਿਹਨੇ ਉਸ ਦਿਨ ਅਖਬਾਰਾਂ ਵਿੱਚ ਵੱਡੇ ਇਸ਼ਤਿਹਾਰ ਨਾ ਦਿੱਤੇ ਹੋਣ ਤੇ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀਆਂ ਨਾ ਭੇਂਟ ਕੀਤੀਆਂ ਹੋਣ। ਖਾਸ ਕਰਕੇ ਕਾਂਗਰਸ ਵੱਲੋਂ ਤੇ ਬੀਜੇਪੀ ਵੱਲੋਂ ਤੇ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਵੀ। ਪਰ ਅੱਜ ਮੈਂ ਤੁਹਾਡੇ ਨਾਲ ਕੁਝ ਉਹ ਤੱਥ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਕਿ ਜਦੋਂ ਮਦਨ ਲਾਲ ਢੀਂਗਰਾ ਸ਼ਹੀਦ ਹੋਇਆ, ਜਦੋਂ ਉਹਨੂੰ ਫਾਂਸੀ ਦਿੱਤੀ ਗਈ, ਉਸ ਮੌਕੇ ਜਿਹੜੀ ਕਾਂਗਰਸ ਪਾਰਟੀ ਸੀ ਉਸ ਦੇ ਆਗੂਆਂ ਦਾ ਮਦਨ ਲਾਲ ਢੀਂਗਰਾ ਬਾਰੇ ਕੀ ਕਹਿਣਾ ਸੀ। ਇਹ ਸੁਣ ਕੇ ਤੁਹਾਨੂੰ ਬਹੁਤ ਹੀ ਹੈਰਾਨੀ ਹੋਊਗੀ ਕਿ ਐਡਾ ਫਰਕ 100 ਸਾਲ ਦੇ ਵਿੱਚ ਹੀ ਬੋਲੀ ਕਿਵੇਂ ਬਦਲੀ ਇਹਨਾਂ ਦੀ। ਸੋ ਕੁਛ ਬੁਨਿਆਦੀ ਜਿਹੇ ਤੱਥ ਇਹ ਹੈ ਕਿ ਮਦਨ ਲਾਲ ਢੀਂਗਰਾ ਪੰਜਾਬ ਦਾ ਜੰਮਪਲ ਸੀ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਇਹ ਪਿਛਲੀ ਸਦੀ ਦੇ 20ਵੀਂ ਸਦੀ ਦੇ ਬਿਲਕੁਲ ਮੁੱਢ 'ਚ ਹੀ ਇੰਗਲੈਂਡ ਪੜ੍ਹਨ ਗਿਆ ਸੀ। ਉਸ ਮੌਕੇ ਹੋਰ ਬਹੁਤ ਸਾਰੇ ਭਾਰਤ 'ਚੋਂ ਵਿਦਿਆਰਥੀ ਉੱਥੇ ਗਏ ਸੀ ਅਤੇ ਉੱਥੇ ਉਹਨਾਂ ਨੂੰ ਦੇਸ਼ ਭਗਤੀ ਦੀ ਜਾਗ ਲੱਗ ਚੁੱਕੀ ਸੀ। ਉਸ ਮੌਕੇ ਇੰਗਲੈਂਡ ਦੇ ਵਿੱਚ ਜਿਹੜੇ ਹਿੰਦੂ ਰਾਸ਼ਟਰਵਾਦੀ ਹੈ ਉਹ ਬਹੁਤ ਸਰਗਰਮ ਸੀ ਅਤੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਉੱਥੇ ਵਕੀਲ ਸੀ ਸ਼ਿਆਮਾ ਕ੍ਰਿਸ਼ਨ ਜੀ ਵਰਮਾ, ਉਸ ਨੇ ਉੱਥੇ ਇੱਕ ਬਿਲਡਿੰਗ ਲੈ ਕੇ ਉਹਦਾ ਨਾਮ ਇੰਡੀਆ ਹਾਊਸ ਰੱਖਿਆ। ਉੱਥੇ ਉਹ ਵਿਦਿਆਰਥੀਆਂ ਨੂੰ ਰੱਖਦਾ ਸੀਗਾ ਕਿ ਜਿਹੜੇ ਵੀ ਇੱਥੋਂ ਵਿਦਿਆਰਥੀ ਆਉਂਦੇ ਆ ਉਹਨਾਂ ਵਾਸਤੇ ਉੱਥੇ ਟਿਕਾਣਾ ਮਿਲ ਜਾਂਦਾ ਸੀ ਅਤੇ ਉੱਥੇ ਫਿਰ ਉਹਨਾਂ ਨੂੰ ਜਿਹੜਾ ਦੇਸ਼ ਭਗਤੀ ਦਾ ਪਾਠ ਪੜ੍ਹਾਇਆ ਜਾਂਦਾ ਸੀ। ਸੋ ਸਾਵਰਕਰ ਵੀ ਉੱਥੇ ਹੀ ਸੀ ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਮਦਨ ਲਾਲ ਢੀਂਗਰਾ ਉੱਥੇ ਗਿਆ। ਸੋ ਮਦਨ ਲਾਲ ਢੀਂਗਰਾ ਖਾਸ ਕਰਕੇ ਸਾਵਰਕਰ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ। ਉਹਦੀਆਂ ਗੱਲਾਂ ਸੁਣ ਕੇ ਇਹਦੇ ਮਨ 'ਚ ਜੋਸ਼ ਉੱਠਿਆ ਅਤੇ ਇਹਨੂੰ ਲੱਗਿਆ ਕਿ ਜਿੰਨੇ ਸਾਡੇ 'ਤੇ ਜ਼ੁਲਮ ਢਾਏ ਜਾ ਰਹੇ ਅੰਗਰੇਜ਼ਾਂ ਵੱਲੋਂ ਉਹਦਾ ਬਦਲਾ ਲਿਆ ਜਾਵੇ। ਉਹ ਪੰਜਾਬ ਦਾ ਜੰਮਪਲ ਹੋਣ ਕਰਕੇ ਅਤੇ ਦੂਜਾ ਉਸ ਮੌਕੇ ਬੰਗਾਲ ਦੇ ਵਿੱਚ ਕੁਛ ਜਿਹੜੇ ਇਨਕਲਾਬੀ ਨੇ ਬੰਗਾਲੀ ਉਹ ਬੰਬ ਧਮਾਕੇ ਵਗੈਰਾ ਕਰ ਰਹੇ ਸੀ, ਗੋਰੇ ਮੈਜਿਸਟਰੇਟ ਨੂੰ ਮਾਰਤਾ ਕਦੇ ਜਾਂ ਕੁਛ ਹੋਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਸੀ। ਸੋ ਇਹਨੇ ਸੋਚਿਆ ਕਿ ਵਾਇਸਰਾਏ ਜਦੋਂ ਆਊਗਾ ਇੱਥੇ ਉਹਨੂੰ ਮਾਰਨਾ ਹੈ। ਉਹਦੀ ਪਲਾਨ ਬਣਾਈ ਪਰ ਵਾਇਸਰਾਏ ਨੇ ਜਿੱਥੇ ਆਉਣਾ ਸੀ ਉੱਥੇ ਉਹ ਆਇਆ ਨਾ। ਫਿਰ ਉੱਥੇ ਇੱਕ ਕਰਜਨ ਬਿੱਲੀ ਨਾਂ ਦਾ ਅਫਸਰ ਸੀਗਾ ਅੰਗਰੇਜ਼ਾਂ ਦਾ, ਜਿਹੜਾ ਕਾਫੀ ਚਿਰ ਹਿੰਦੁਸਤਾਨ 'ਚ ਆ ਗਿਆ ਸੀ ਪਹਿਲਾਂ ਹੀ ਅਤੇ ਇੱਥੇ ਬੜੇ ਮਹੱਤਵਪੂਰਨ ਅਹੁਦਿਆਂ 'ਤੇ ਉਹ ਰਿਹਾ ਸੀ, ਖਾਸ ਕਰਕੇ ਰਾਜਪੂਤਾਨਾ ਅਤੇ ਮੱਧ ਪ੍ਰਦੇਸ਼ 'ਚ। ਅਤੇ ਉਸ ਮੌਕੇ ਉਹ 1907-08 'ਚ ਇੰਗਲੈਂਡ ਦੇ ਵਿੱਚ ਜਿਹੜੇ ਵਿਦਿਆਰਥੀ ਉਹਨੂੰ ਲੱਗਦਾ ਸੀ ਕਿ ਅੰਗਰੇਜ਼ਾਂ ਦੇ ਵਿਰੁੱਧ ਹਨ, ਭਾਰਤ ਦੇ ਵਿਦਿਆਰਥੀ ਜਾਂ ਨੌਜਵਾਨ, ਉਹਨਾਂ ਦੀ CID ਕਰਨ ਵਾਸਤੇ, ਉਹਨਾਂ ਬਾਰੇ ਖੁਫੀਆ ਜਾਣਕਾਰੀ ਹਾਸਲ ਕਰਨ ਵਾਸਤੇ ਇੱਕ ਅੰਗਰੇਜ਼ਾਂ ਨੇ ਸੀਕਰਟ ਪੁਲਿਸ ਬਣਾਈ ਸੀ ਅਤੇ ਕਰਜਨ ਬਿੱਲੀ ਉਹਦਾ ਹੈੱਡ ਸੀ। ਸੋ ਉਹ ਉੱਥੋਂ ਰਹਿ ਰਹੇ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਸੁੰਘਦਾ ਫਿਰਦਾ ਸੀ ਅਤੇ ਉਹਨਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਵਾਪਸ ਆਪਣੀ ਸਰਕਾਰ ਨੂੰ ਭੇਜਦਾ ਸੀ। ਸੋ ਮਦਨ ਲਾਲ ਢੀਂਗਰਾ ਦੇ ਵਿਚਾਰ 'ਚ ਆਇਆ ਕਿ ਇਹਨੂੰ ਸੋਧਿਆ ਜਾਵੇ। ਸੋ ਉਸ ਨੇ ਪਲਾਨ ਕਰ ਲਈ ਅਤੇ ਇੱਕ ਦਿਨ ਕਿਤੇ ਇਹਦਾ ਕੋਈ ਫੰਕਸ਼ਨ ਸੀ, ਉਸ ਫੰਕਸ਼ਨ 'ਤੇ ਉਹ ਪਿਸਤੌਲ ਲੈ ਕੇ ਚਲਿਆ ਗਿਆ। ਉਹਨਾਂ ਨੂੰ ਚੇਤਾ ਵੀ ਨਹੀਂ ਸੀ ਕਿ ਕੋਈ ਇੱਥੇ ਇੰਗਲੈਂਡ ਦੀ ਧਰਤੀ 'ਤੇ ਵੀ ਇਸ ਤਰ੍ਹਾਂ ਦਾ ਕਾਰਨਾਮਾ ਹੋ ਸਕਦਾ ਹੈ, ਕਿਉਂਕਿ ਸ਼ਹੀਦ ਊਧਮ ਸਿੰਘ ਦੀ ਜਿਹੜਾ ਵਾਰਦਾਤ ਆ ਉਹ ਬਾਅਦ 'ਚ ਜਾ ਕੇ ਹੁੰਦੀ ਆ ਉਦੋਂ। ਸੋ ਇਹ ਗੱਲ 1909 ਦੀ ਹੈ। 1 ਜੁਲਾਈ 1909 ਨੂੰ ਉਹ ਉਸ ਮੀਟਿੰਗ ਦੇ ਵਿੱਚ ਗਿਆ ਅਤੇ ਜਿੱਥੇ ਕਰਜਨ ਬਿੱਲੀ ਨੇ ਆਉਣਾ ਸੀ ਉਹ ਆਇਆ, ਬੋਲਿਆ ਅਤੇ ਬੋਲ ਕੇ ਜਦੋਂ ਉਹ ਬਾਹਰ ਨਿਕਲ ਰਿਹਾ ਸੀ, ਇਹਦੇ ਕੋਲ ਰਿਵਾਲਵਰ ਸੀ, ਇਹਨੇ ਉਹਦੇ 5 ਗੋਲੀਆਂ ਦਾਗਤੀਆਂ। ਇਹਨੇ ਨੂੰ ਇੱਕ ਹਿੰਦੁਸਤਾਨੀ ਪਾਰਸੀ ਡਾਕਟਰ ਕਵਾਸਾ ਲਾਲ ਕਾਕਾ ਨਾਂ ਦਾ ਉਹ ਭੱਜ ਕੇ ਆਇਆ ਅਤੇ ਆਪਦੀ ਅੰਗਰੇਜ਼ ਭਗਤੀ ਦਿਖਾਉਣ ਵਾਸਤੇ ਇੱਕਦਮ ਮਦਨ ਲਾਲ ਢੀਂਗਰੇ ਨੂੰ ਆ ਕੇ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ। ਸੋ ਇੱਕ ਗੋਲੀ ਇਹਨੇ ਉਸ ਦੇ ਡਾਕਟਰ ਦੇ ਮਾਰਤੀ ਅਤੇ ਉਹ ਦੋਹਾਂ ਨੂੰ ਥਾਂ ਢੇਰੀ ਕਰਤਾ ਅਤੇ ਇਹਦਾ ਉੱਥੋਂ ਭੱਜਣ ਦਾ ਪਹਿਲਾਂ ਹੀ ਕੋਈ ਪ੍ਰੋਗਰਾਮ ਨਹੀਂ ਸੀ।
ਇਸ ਕਰਕੇ ਇਸਨੇ ਭੱਜਣ ਦੀ ਕੋਸ਼ਿਸ਼ ਨਾ ਕੀਤੀ ਤੇ ਉੱਥੇ ਉਹ ਫਿਰ ਗ੍ਰਿਫਤਾਰ ਹੋ ਗਿਆ। ਫਿਰ ਉੱਥੇ ਮੁਕੱਦਮਾ ਚੱਲਿਆ। ਇਹ ਗੱਲ 1 ਜੁਲਾਈ ਦੀ ਹੈ। 23 ਜੁਲਾਈ ਨੂੰ ਮੁਕੱਦਮਾ ਚੱਲਿਆ ਤੇ ਮੁਕੱਦਮੇ 'ਚ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉਸ ਮੁਕੱਦਮਾ 23 ਜੁਲਾਈ ਨੂੰ ਇਹਨੇ ਜਿਹੜਾ ਜੱਜ ਹੈ ਉਹਦੇ ਸਾਹਮਣੇ ਜੋ ਬਿਆਨ ਦਿੱਤਾ ਉਹਦੇ 'ਚ ਇਹਨੇ ਕੋਈ ਆਪਦੀ ਸਫਾਈ ਨਹੀਂ ਕੀਤੀ, ਕਿਸੇ ਬਚਾਅ ਦੀ ਅਪੀਲ ਨਹੀਂ ਕੀਤੀ ਤੇ ਆਪਦੀ ਜਿਹੜੀ ਕਾਰਵਾਈ ਹੈ, ਜੋ ਕਾਰਨਾਮਾ ਹੈ, ਉਹਦੀ ਗੱਜ ਵੱਜ ਕੇ ਪ੍ਰੋੜਤਾ ਕੀਤੀ ਜਾਂ ਉਹਦੀ ਵਕਾਲਤ ਕੀਤੀ। ਸੋ ਉਹਦੇ ਮੈਂ ਤੁਹਾਨੂੰ ਕੋਈ ਸ਼ਬਦ ਪੜ੍ਹ ਕੇ ਸੁਣਾਉਣਾ ਜਿਹੜੇ ਉਹਨੇ ਉਸ ਵੇਲੇ ਜੱਜ ਦੇ ਸਾਹਮਣੇ ਕਹੇ। ਸੋ ਮਦਨ ਲਾਲ, ਇਹ ਮੈਂ ਤਾਂ ਤੁਹਾਨੂੰ ਸੁਣਾ ਰਿਹਾ ਕਿਉਂਕਿ ਤੁਸੀਂ ਇਹਨੂੰ ਅੱਜ ਦੇ ਹਾਲਾਤ 'ਤੇ, ਪੰਜਾਬ ਦੀ ਹਾਲਾਤ 'ਤੇ, ਸਾਡੇ ਸਿੱਖਾਂ ਦੀ ਹਾਲਾਤ 'ਤੇ ਥੋੜ੍ਹਾ ਜਿਹਾ ਢੋਕ ਕੇ ਜਦੋਂ ਆਪਾਂ ਢੁਕਾਵਾਂਗੇ ਇਹਨਾਂ ਨੂੰ, ਤੁਹਾਨੂੰ ਕਾਫੀ ਗੱਲਾਂ ਦੇ ਆਨਸਰ ਮਿਲ ਜਾਣਗੇ। ਅਤੇ ਜਿਹੜੀ ਮੈਂ ਅੱਜ ਇਹ ਗੱਲਬਾਤ ਕਰ ਰਿਹਾ ਮਦਨ ਲਾਲ ਢੀਂਗਰਾ ਦੀ, ਇਹਦੀਆਂ ਬਹੁਤ ਸਾਰੀਆਂ ਪਰਤਾਂ ਹਨ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਸੋ ਮਦਨ ਲਾਲ ਢੀਂਗਰਾ ਨੇ ਉੱਥੇ ਕਿਹਾ ਸੀਗਾ ਅਦਾਲਤ ਦੇ ਵਿੱਚ, ਮੇਰੇ ਵੱਲੋਂ ਬਹਾਇਆ ਗਿਆ ਗੋਰਾ ਖੂਨ ਦੇਸ਼ ਭਗਤ ਹਿੰਦੁਸਤਾਨੀ ਗੱਭਰੂਆਂ ਨੂੰ ਫਾਂਸੀਆਂ ਦੇਣ ਅਤੇ ਜਲਾ ਵਤਨ ਕਰਨ ਦੇ ਅਣਮਨੁੱਖੀ ਕਾਰਿਆਂ ਦਾ ਨਿਗੂਣਾ ਜਿਹਾ ਬਦਲਾ ਹੈ। ਮੇਰਾ ਅਕੀਦਾ ਹੈ ਕਿ ਵਿਦੇਸ਼ੀ ਸੰਗੀਨਾਂ ਨਾਲ ਦਬਾ ਕੇ ਰੱਖੀ ਕੌਮ ਇੱਕ ਸਦੀਵੀ ਐਲਾਨੇ ਜੰਗ ਦੀ ਹਾਲਤ ਵਿੱਚ ਹੁੰਦੀ ਹੈ, ਕਿਉਂਕਿ ਇੱਕ ਬੇਹਥਿਆਰ ਕੀਤੀ ਨਸਲ ਲਈ ਖੁੱਲ੍ਹਮ ਖੁੱਲ੍ਹੀ ਜੰਗ ਅਸੰਭਵ ਬਣਾ ਦਿੱਤੀ ਗਈ ਹੈ। ਮੈਂ ਚਾਣਚੱਕ ਹਮਲਾ ਕੀਤਾ ਹੈ ਕਿਉਂਕਿ ਬੰਦੂਕਾਂ ਮੇਰੀ ਪਹੁੰਚ ਤੋਂ ਬਾਹਰ ਕੀਤੀਆਂ ਹੋਈਆਂ ਸਨ। ਮੈਂ ਆਪਣਾ ਪਿਸਤੌਲ ਤਾਣਿਆ ਅਤੇ ਗੋਲੀ ਦਾਗ ਦਿੱਤੀ। ਮੈਂ ਵਿਦੇਸ਼ੀ ਜੂਲੇ ਤੋਂ ਆਪਣੀ ਮਾਤ ਭੂਮੀ ਦੀ ਖਲਾਸੀ ਦੇ ਕਾਰਜ ਵਿੱਚ ਲੱਗਿਆ ਇੱਕ ਦੇਸ਼ ਭਗਤ ਹਾਂ। ਮੇਰੀ ਬਾਬਤ ਕਾਤਲ ਸ਼ਬਦ ਦੀ ਵਰਤੋਂ ਉੱਤੇ ਮੈਨੂੰ ਇਤਰਾਜ਼ ਹੈ, ਕਿਉਂਕਿ ਜੋ ਮੈਂ ਕੀਤਾ ਹੈ ਬਿਲਕੁਲ ਜਾਇਜ਼ ਹੈ। ਹਿੰਦੁਸਤਾਨ ਅੰਦਰ ਅੱਜ ਇੱਕੋ ਸਬਕ ਸਿੱਖਣਾ ਲੋੜੀਂਦਾ ਹੈ ਕਿ ਕਿਵੇਂ ਮਰ ਜਾਈਦਾ ਹੈ, ਅਤੇ ਇਸ ਨੂੰ ਸਿਖਾਉਣ ਦਾ ਇੱਕੋ ਤਰੀਕਾ ਆਪ ਮਰ ਕੇ ਦਿਖਾਉਣਾ ਹੈ। ਇਸ ਲਈ ਮੈਂ ਮਰ ਰਿਹਾ ਹਾਂ ਅਤੇ ਆਪਣੇ ਬਲੀਦਾਨ ਦੇ ਜਲਾਅ ਵਿੱਚ ਪੂਰਾ ਪ੍ਰਸੰਨ ਚਿੱਤ ਹਾਂ। ਫਿਰ ਉਹਨੇ ਅਦਾਲਤ ਨੂੰ ਜਿਹੜਾ ਲਿਖਤੀ ਬਿਆਨ ਸੌਂਪਿਆ, ਉਹਦੇ ਵਿੱਚ ਉਹਨੇ ਕਿਹਾ, ਮੈਂ ਆਪਣੇ ਬਚਾਅ ਲਈ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਤਾਂ ਸਿਰਫ ਆਪਣੇ ਕਾਰਨਾਮੇ ਦਾ ਹੱਕ ਇਨਸਾਫ ਸਾਬਤ ਕਰਨਾ ਚਾਹੁੰਦਾ ਹਾਂ। ਜਿੱਥੋਂ ਤੱਕ ਮੇਰਾ ਤਾਲੁਕ ਹੈ, ਕਿਸੇ ਵੀ ਬਰਤਾਨਵੀ ਹਕੂਮਤ ਨੂੰ ਮੈਨੂੰ ਗ੍ਰਿਫਤਾਰ ਕਰਨ, ਬੰਦੀ ਬਣਾਉਣ ਜਾਂ ਮੈਨੂੰ ਮੌਤ ਦੀ ਸਜ਼ਾ ਦੇਣ ਦਾ ਕੋਈ ਹੱਕ ਨਹੀਂ। ਇਸ ਵਜ੍ਹਾ ਕਰਕੇ ਹੀ ਮੈਂ ਆਪਣਾ ਕੋਈ ਵਕੀਲ ਨਹੀਂ ਕੀਤਾ ਅਤੇ ਮੈਂ ਇਹ ਦਾਅਵਾ ਕਰਦਾ ਹਾਂ ਕਿ ਜੇਕਰ ਬਰਤਾਨੀਆ ਉੱਤੇ ਜਰਮਨ ਕਬਜ਼ਾ ਕਰ ਲੈਣ ਤਾਂ ਜਿਵੇਂ ਇੱਕ ਅੰਗਰੇਜ਼ ਲਈ ਜਰਮਨਾਂ ਦੇ ਵਿਰੁੱਧ ਲੜਨਾ ਦੇਸ਼ ਭਗਤੀ ਦਾ ਕਰਮ ਹੈ, ਤਾਂ ਉਵੇਂ ਮੇਰਾ ਅੰਗਰੇਜ਼ਾਂ ਦੇ ਵਿਰੁੱਧ ਲੜਨਾ ਹੋਰ ਵੀ ਵੱਧ ਹੱਕ ਬਜਾਨਬ ਤੇ ਦੇਸ਼ ਭਗਤੀ ਹੈ। ਜਿਵੇਂ ਜਰਮਨਾਂ ਨੂੰ ਇਸ ਦੇਸ਼ 'ਤੇ ਕਾਬਜ ਹੋਣ ਦਾ ਕੋਈ ਹੱਕ ਨਹੀਂ ਹੈ, ਉਵੇਂ ਹੀ ਅੰਗਰੇਜ਼ਾਂ ਨੂੰ ਭਾਰਤ ਉੱਤੇ ਕਾਬਜ ਹੋਣ ਦਾ ਕੋਈ ਹੱਕ ਨਹੀਂ। ਅਤੇ ਜੇਕਰ ਕੋਈ ਅੰਗਰੇਜ਼ ਸਾਡੀ ਪਵਿੱਤਰ ਭੂਮੀ ਨੂੰ ਪਲੀਤ ਕਰਦਾ ਹੈ, ਸਾਡੇ ਵੱਲੋਂ ਉਸ ਨੂੰ ਕਤਲ ਕਰਨਾ ਪੂਰੀ ਤਰ੍ਹਾਂ ਵਾਜਬ ਹੈ। ਸੋ ਇਹ ਬਿਆਨ ਉਹਨੇ ਅਦਾਲਤ ਦੇ ਵਿੱਚ ਦਿੱਤਾ। ਪਰ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ ਇਹਦੀਆਂ ਬੜੀਆਂ ਪਰਤਾਂ ਹਨ। ਜਿਹੜਾ ਮਦਨ ਲਾਲ ਢੀਂਗਰਾ ਦਾ ਬਾਪ ਸੀ, ਉਹ ਕਰਜਨ ਵਿੱਲੀ ਦਾ ਬੜਾ ਨੇੜਲਾ ਦੋਸਤ ਸੀ। ਸੋ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਮੁੰਡੇ ਨੇ ਵਿੱਲੀ ਨੂੰ ਮਾਰਤਾ, ਉਹਨੇ ਇੱਕਦਮ ਬਿਆਨ ਦੇ ਕੇ ਉਹਨੂੰ ਘਰੋਂ ਬੇਦਖਲ ਕਰਤਾ, ਡਿਸਓਨ ਕਰਤਾ, ਬੇਦਾਵਾ ਦੇਤਾ ਕਿ ਇਹ ਸਾਡਾ ਅੱਜ ਤੋਂ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ। ਚਲੋ ਹੋ ਗਿਆ। ਮੁੜ ਕੇ ਅਦਾਲਤ ਨੇ ਉਹਨੂੰ ਫਾਂਸੀ ਦੀ ਸਜ਼ਾ ਦੇਤੀ ਉਸੇ ਦਿਨ ਹੀ, ਅਤੇ ਉਸ ਨੂੰ ਫਿਰ 17 ਅਗਸਤ 1909 ਨੂੰ ਫਾਂਸੀ ਦਿੱਤੀ ਗਈ। 17 ਅਗਸਤ 1909 ਨੂੰ ਫਾਂਸੀ ਦੇਣ ਤੋਂ ਬਾਅਦ, ਕਿਉਂਕਿ ਉਹਦੀ ਲਾਸ਼ ਲੈਣ ਦਾ ਕੋਈ ਵਾਰਸ ਉੱਥੇ ਨਾ ਆਇਆ, ਘਰਦਿਆਂ ਨੇ ਉਹਦੀ ਲਾਸ਼ ਲੈਣ ਤੋਂ ਇਨਕਾਰ ਹੀ ਕਰ ਦਿੱਤਾ। ਸੋ ਫਿਰ ਉਹਦੀ ਲਾਸ਼ ਸਾਵਰਕਰ ਨੇ ਮੰਗੀ ਕਿ ਅਸੀਂ ਇਹਨੂੰ ਹਿੰਦੂ ਸੰਸਕਾਰਾਂ ਮੁਤਾਬਕ ਇਹਦਾ ਸੰਸਕਾਰ ਕਰਾਂਗੇ, ਪਰ ਅੰਗਰੇਜ਼ ਸਰਕਾਰ ਨੇ ਉਹਨਾਂ ਦੀ ਇਹ ਗੱਲ ਨਾ ਮੰਨੀ ਅਤੇ ਅਖੀਰ ਨੂੰ ਉਹਨੂੰ ਉੱਥੇ ਦਫਨ ਕਰਤਾ ਇੱਕ ਤਬੂਤ 'ਚ ਪਾ ਕੇ। ਅਤੇ ਕੋਈ ਪਤਾ ਨਹੀਂ ਸੀ ਕਿੱਥੇ ਦਫਨ ਕੀਤਾ। ਇਹ ਤਾਂ ਫਿਰ ਜਦੋਂ ਬਾਅਦ ਦੇ ਵਿੱਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਲੱਭ ਰਹੇ ਸੀ, ਉਦੋਂ ਜਦੋਂ ਜ਼ਮੀਨ ਪੁੱਟਣੀ ਸ਼ੁਰੂ ਕੀਤੀ
ਤਾਂ ਅਚਾਨਕ ਉਹਦੇ 'ਚੋਂ ਉਹਨਾਂ ਨੂੰ ਉਹ ਤਬੂਤ ਲੱਭ ਗਿਆ ਜਿਹਦੇ ਵਿੱਚ ਮਦਨ ਲਾਲ ਢੀਂਗਰਾ ਨੂੰ ਦਫਨ ਕੀਤਾ ਗਿਆ ਸੀ। ਸੋ ਫਿਰ ਪਤਾ ਲੱਗਿਆ ਕਿ ਉਹ ਉੱਥੇ ਦਫਨ ਕੀਤਾ ਗਿਆ। ਚਲੋ, ਇਹ ਤਾਂ ਇੱਕ ਪੱਖ ਸੀ। ਜਿਹੜਾ ਹੁਣ ਮਹਾਤਮਾ ਗਾਂਧੀ ਹੈ, ਉਹਨੇ ਇਸ 'ਤੇ ਕੀ ਪ੍ਰਤੀਕਰਮ ਜ਼ਾਹਰ ਕੀਤਾ ਸੀ। ਮਹਾਤਮਾ ਗਾਂਧੀ ਨੇ ਕਿਹਾ ਕਿ ਜਿਹੜੀ ਇਹ ਢੀਂਗਰੇ ਨੇ ਅਦਾਲਤ ਦੇ ਵਿੱਚ ਉਦਾਹਰਨ ਦਿੱਤੀ ਹੈ ਕਿ ਜੇ ਜਰਮਨ ਇੰਗਲੈਂਡ 'ਤੇ ਕਬਜ਼ਾ ਕਰ ਲੇ ਤਾਂ ਇੰਗਲੈਂਡ ਦੇ ਲੋਕਾਂ ਵੱਲੋਂ ਜਰਮਨਾਂ ਨੂੰ ਮਾਰਨਾ ਵਾਜਬ ਹੈ। ਉਹ ਕਹਿੰਦਾ ਵੀ ਜਿਹੜੀ ਇਹ ਉਦਾਹਰਨ ਹੈ ਇਹਦੀ ਕੋਈ ਇੱਥੇ ਤੁਕ ਨਹੀਂ ਬਣਦੀ, ਝੂਠੀ ਹੈ ਅਤੇ ਭੁਲੇਖਾ ਪਾਊ ਹੈ। ਇਹ ਕਿਵੇਂ? ਇਹ ਉਹਨੇ ਅੱਗੇ ਜਾ ਕੇ ਕਿਹਾ। ਉਹ ਕਹਿੰਦਾ ਵੀ ਜੇ ਕੋਈ ਅੰਗਰੇਜ਼ ਤੁਰੇ ਜਾਂਦੇ ਸਧਾਰਨ ਜਰਮਨ ਨੂੰ, ਗਲੀ 'ਚ ਤੁਰੇ ਜਾਂਦੇ ਨੂੰ ਗੋਲੀ ਮਾਰ ਦੂ ਤਾਂ ਇਹ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੋਊ। ਸੋ ਉਹਦਾ ਭਾਵ ਇਹ ਸੀ ਕਿ ਜਿਹੜਾ ਇਹਨੇ ਕਰਜਨ ਵਿੱਲੀ ਨੂੰ ਮਾਰਿਆ ਉਹ ਇੱਕ ਆਮ ਬੰਦਾ ਸੀ, ਨਿਰਦੋਸ਼ ਸ਼ਹਿਰੀ ਸੀ, ਅਤੇ ਇਸ ਕਰਕੇ ਉਹਨੂੰ ਮਾਰਨ ਦਾ ਇਹਨੂੰ ਕੋਈ ਹੱਕ ਨਹੀਂ ਸੀ। ਹੁਣ ਤੁਸੀਂ ਦੇਖੋ, ਮਤਲਬ ਇੱਕ ਅੰਗਰੇਜ਼ ਹਕੂਮਤ ਦਾ ਐਡਾ ਮਹੱਤਵਪੂਰਨ ਪੁਰਜਾ ਅਤੇ ਜਿਹਦੀ ਸਿੱਧੀ ਡਿਊਟੀ ਉੱਥੇ ਲੱਗੀ ਹੋਈ ਹੈ ਕਿ ਜਿਹੜੇ ਭਾਰਤ ਵਿਰੋਧੀ ਵਿਚਾਰ ਰੱਖਣ ਵਾਲੇ ਨੌਜਵਾਨ ਹੈ ਉਹਨਾਂ ਦੀ ਸੂਹ ਲਈ ਜਾਵੇ, ਅਤੇ ਉਸ ਨੂੰ ਮਤਲਬ ਗਾਂਧੀ ਕਿਵੇਂ ਕਹਿ ਰਿਹਾ ਵੀ ਇੱਕ ਸਧਾਰਨ ਅਤੇ ਨਿਰਦੋਸ਼ ਅੰਗਰੇਜ਼। ਸੋ ਇਹ ਹੁੰਦਾ ਇੱਕ, ਜਦੋਂ ਤੁਸੀਂ ਕਿਸੇ ਦੇ ਖਿਲਾਫ ਵਿਰੋਧ 'ਚ ਹੋ ਜਾਂਦੇ ਹੋ ਤਾਂ ਕਿਵੇਂ ਅੰਨ੍ਹੇ ਹੋ ਜਾਂਦੇ ਹੋ। ਜੋ ਸਾਹਮਣੇ ਤੱਥ ਪਏ ਨੇ, ਇੱਕ ਹਕੀਕਤ ਪਈ ਹੈ, ਸੱਚਾਈ ਪਈ ਹੈ, ਉਹ ਸੱਚਾਈ ਵੀ ਪ੍ਰਵਾਨ ਨਹੀਂ ਕੀਤੀ ਜਾਂਦੀ। ਅੱਗੇ ਜਿਹੜਾ ਗਾਂਧੀ ਨੇ ਫਿਰ ਜਿਹੜਾ ਬਿਆਨ ਦਿੱਤਾ ਉਹਦੇ 'ਚ ਇਹ ਸੀ, ਜੇਕਰ ਅਜਿਹੀਆਂ ਕਾਤਲਾਨਾ ਵਾਰਦਾਤਾਂ ਕਰਕੇ ਅੰਗਰੇਜ਼ ਭਾਰਤ 'ਚੋਂ ਨਿਕਲ ਵੀ ਜਾਣਗੇ ਤਾਂ ਉਹਨਾਂ ਦੀ ਜਗ੍ਹਾ ਰਾਜ ਕੌਣ ਕਰੇਗਾ। ਉਹ ਕਹਿੰਦਾ ਵੀ ਇਦੋਂ ਬਿਨਾਂ, ਅੰਗਰੇਜ਼ਾਂ ਤੋਂ ਬਿਨਾਂ ਇੱਥੇ ਰਾਜ ਹੋਰ ਕੌਣ ਕਰੂ। ਕੀ ਅੰਗਰੇਜ਼ ਇਸ ਕਰਕੇ ਮਾੜੇ ਹਨ ਕਿ ਉਹ ਅੰਗਰੇਜ਼ ਹਨ? ਕੀ ਇਸ ਦਾ ਮਤਲਬ ਇਹ ਹੈ ਕਿ ਭਾਰਤੀ ਚਮੜੀ ਵਾਲਾ ਹਰ ਇੱਕ ਸ਼ਖਸ ਚੰਗਾ ਹੈ? ਜੇਕਰ ਇਹ ਗੱਲ ਹੈ ਤਾਂ ਭਾਰਤੀ ਰਾਜਿਆਂ ਦੇ ਜ਼ੁਲਮਾਂ ਵਿਰੁੱਧ ਕੋਈ ਰੋਸ ਮੁਜ਼ਾਹਰੇ ਨਹੀਂ ਹੋਣੇ ਚਾਹੀਦੇ। ਉਹ ਕਹਿੰਦਾ ਜਿਹੜੇ ਇਹੋ ਜਿਹੇ ਕਾਤਲ ਨੇ ਜੇ ਆਪਦਾ ਰਾਜ ਵੀ ਸਥਾਪਿਤ ਕਰ ਲੈਣਗੇ, ਮਦਨ ਲਾਲ ਢੀਂਗਰੇ ਵਰਗੇ, ਤਾਂ ਕਾਤਲਾਂ ਦੇ ਰਾਜ ਦਾ ਭਾਰਤ ਨੂੰ ਕੋਈ ਲਾਭ ਨਹੀਂ ਹੋਣਾ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਾਤਲ ਗੋਰੇ ਹਨ ਜਾਂ ਕਾਲੇ। ਅਜਿਹੇ ਰਾਜ ਹੇਠ ਭਾਰਤ ਬੁਰੀ ਤਰ੍ਹਾਂ ਤਬਾਹ ਹੋ ਜਾਵੇਗਾ। ਹੁਣ ਇਹ ਗਾਂਧੀ ਕਹਿ ਰਿਹਾ 1909 ਦੇ ਵਿੱਚ ਕਿ ਜੇ ਰਾਜ ਕਰਨ ਵਾਲੇ ਜਦੋਂ ਕਾਤਲ ਬਣ ਜਾਣ ਤਾਂ ਭਾਰਤ ਤਬਾਹ ਹੋ ਜੂ। ਤੁਸੀਂ ਦੇਖ ਲਓ ਹੁਣ 1947 ਤੋਂ ਬਾਅਦ ਖਾਸ ਕਰਕੇ ਅੱਜ ਕੌਣ ਰਾਜ ਕਰ ਰਿਹਾ ਹੈ, ਕਿਹੜੇ ਕਾਤਲ ਰਾਜ ਕਰ ਰਹੇ ਨੇ। ਚਲੋ, ਫਿਰ ਕੀ ਹੋਇਆ? ਉਸ ਮੌਕੇ ਦੇ ਉੱਤੇ ਜਿਹੜੀ ਕਾਂਗਰਸ ਪਾਰਟੀ ਸੀ 1909 ਦੇ ਵਿੱਚ, ਇਹਨਾਂ ਦਾ ਸਾਲਾਨਾ ਜਿਹੜਾ ਇੱਕ ਡੈਲੀਗੇਟ ਅਜਲਾਸ ਹੁੰਦਾ ਸੀਗਾ, ਜਿਹਨੂੰ ਅਧਿਵੇਸ਼ਨ ਕਹਿੰਦੇ ਆ, ਉਹ ਹੋਇਆ। ਉਹ 'ਚ ਸਾਰੇ ਡੈਲੀਗੇਟ ਇਕੱਠੇ ਹੋਏ। ਉਸ ਮੌਕੇ ਉੱਥੇ ਜਿਹੜਾ ਪੰਡਿਤ ਮਦਨ ਮੋਹਨ ਮਾਲਵੀਆ, ਉਹ ਕਾਂਗਰਸ ਦਾ ਪ੍ਰਧਾਨ ਸੀ। ਉਸ ਨੇ ਜੋ ਉੱਥੇ ਭਾਸ਼ਣ ਦਿੱਤਾ ਉਸ ਡੈਲੀਗੇਟ ਅਜਲਾਸ ਦੇ ਵਿੱਚ ਮਦਨ ਲਾਲ ਢੀਂਗਰਾ ਬਾਰੇ, ਉਹਦੀਆਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਸੁਣ ਕੇ ਸਾਰੇ ਬੰਦੇ ਹੈਰਾਨ ਰਹਿ ਜਾਣਗੇ। ਕਹਿੰਦਾ, ਸੱਜਣੋ, ਸਾਡੇ ਦੇਸ਼ ਵਿੱਚ ਕਾਤਲਾਂ ਦੇ ਮੱਤ, ਅਰਾਜਕੀ ਵਿਚਾਰਾਂ ਦਾ ਮਨਹੂਸ ਜਨਮ ਇੱਕ ਹੋਰ ਦੁਖਦਾਈ ਮਸਲਾ ਹੈ, ਜਿਸ ਵੱਲ ਮੈਂ ਤੁਹਾਡੇ ਧਿਆਨ ਦੀ ਮੰਗ ਕਰਾਂਗਾ। ਇਹ ਦੇਖ ਕੇ ਸਾਨੂੰ ਦੁੱਖ ਹੋਇਆ ਹੈ ਕਿ ਇਹ ਨਵੀਂ ਬੁਰਾਈ ਸਾਡੇ ਗਮਾਂ ਅਤੇ ਬਦਕਿਸਮਤੀ ਵਿੱਚ ਵਾਧਾ ਕਰਨ ਆਈ ਹੈ। ਇਸ ਸਾਲ ਦੇ ਸ਼ੁਰੂ 'ਚ ਇੱਕ ਗੁੰਮਰਾਹ ਹੋਏ ਨੌਜਵਾਨ ਦੁਆਰਾ ਸਰ ਵਿਲੀਅਮ ਕਰਜ਼ਨ ਵਿੱਲੀ ਨੂੰ ਗੋਲੀ ਨਾਲ ਉਡਾਏ ਜਾਣ ਅਤੇ ਉਹਨਾਂ ਨੂੰ ਬਚਾਉਣ ਦਾ ਕੋਸ਼ਿਸ਼ ਕਰਦਿਆਂ ਡਾਕਟਰ ਲਾਲ ਕਾਕਾ ਦੇ ਕਾਤਲ ਹੱਥੋਂ ਮਰਨ ਦੀ ਖਬਰ ਸੁਣ ਕੇ ਸਾਰਾ ਦੇਸ਼ ਸਦਮੇ ਨਾਲ ਝੰਜੋੜਿਆ ਗਿਆ ਹੈ। ਇਸ ਘਿਰਨਿਤ ਅਪਰਾਧ ਕਰਕੇ ਸਾਰੇ ਭਲੇ ਭਾਰਤੀ ਗਮ ਅਤੇ ਸ਼ਰਮ ਵਿੱਚ ਡੁੱਬ ਗਏ ਹਨ। ਗਮ ਇਸ ਕਰਕੇ ਕਿ ਬਿਨਾਂ ਕਾਰਨ, ਬਿਨਾਂ ਕਿਸੇ ਸਫਾਈ ਦੇ ਅਜਿਹਾ ਭਲਾ ਪੁਰਸ਼ ਮਾਰਿਆ ਜਾਣਾ ਜਿਸ ਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ।
ਅਤੇ ਇਸ ਦੇ ਉਲਟ ਉਸ ਵਕਤ ਵੀ ਜਦੋਂ ਕਿ ਉਸ 'ਤੇ ਹਮਲਾ ਕੀਤਾ ਗਿਆ, ਕਾਤਲ ਨਾਲ ਸੱਜਣਤਾਈ ਵਰਤੀ। ਸ਼ਰਮ ਇਸ ਕਰਕੇ ਕਿ ਅਜਿਹੇ ਜ਼ਾਲਮਾਨਾ ਅਪਰਾਧ ਦਾ ਦੋਸ਼ੀ ਇੱਕ ਭਾਰਤੀ ਬਣਿਆ। ਇਸ ਖਬਰ ਦਾ ਦੁੱਖ ਵਿਆਪਕ ਅਤੇ ਡੂੰਘਾ ਸੀ। ਫਿਰ ਵੀ ਇਸ ਦੁਖਾਂਤ ਵਿੱਚ ਇੱਕ ਗੱਲ ਥੋੜ੍ਹੀ ਤਸੱਲੀ ਵਾਲੀ ਸੀ ਕਿ ਜੇ ਸਰ ਵਿਲੀਅਮ ਦੀ ਜਾਨ ਲੈਣ ਵਾਲਾ ਇੱਕ ਭਾਰਤੀ ਸੀ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲਾ ਵੀ ਇੱਕ ਭਾਰਤੀ ਹੀ ਸੀ। ਸੱਜਣੋ, ਮੈਂ ਕਾਂਗਰਸ ਦੇ ਨਾਂ 'ਤੇ ਅਤੇ ਉਸ ਵੱਲੋਂ ਸ਼੍ਰੀਮਤੀ ਕਰਜਨ ਤੇ ਡਾਕਟਰ ਲਾਲ ਕਾਕਾ ਦੇ ਪਰਿਵਾਰ ਨੂੰ ਇਸ ਦੁਖਦਾਈ ਮਾਤਮ ਵਿੱਚ ਡੂੰਘੀ ਹਮਦਰਦੀ ਪੇਸ਼ ਕਰਦਾ ਹਾਂ। ਇਸ 'ਤੇ ਸਾਰੇ ਡੈਲੀਗੇਟਾਂ ਨੇ ਉੱਚੀ ਤਾੜੀਆਂ ਮਾਰੀਆਂ। ਇਸ ਤੋਂ ਅੱਗੇ ਉਹ ਬੋਲਦਾ, ਸੱਜਣੋ, ਸਮਝ ਨਹੀਂ ਆਉਂਦੀ ਮੈਂ ਇਸ ਘਿਰਨਤ, ਬੇਰਹਿਮ ਅਤੇ ਫਜ਼ੂਲ ਅਪਰਾਧ ਪ੍ਰਤੀ ਨਫ਼ਰਤ ਕਿੰਨਾ ਸ਼ਬਦਾਂ ਵਿੱਚ ਜ਼ਾਹਰ ਕਰਾਂ, ਜਿਹੜੀ ਕਿ ਮੇਰਾ ਯਕੀਨ ਹੈ ਅਸੀਂ ਸਾਰੇ ਹੀ ਕਰਦੇ ਹਾਂ। ਇਹ ਸੋਚ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਸਾਡੀ ਪੁਰਾਤਨ ਧਰਤੀ ਉੱਤੇ, ਜਿੱਥੇ ਸੱਭਿਅਕ ਮਨੁੱਖਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਸਭ ਤੋਂ ਉੱਤਮ ਚੰਗਿਆਈ ਵਜੋਂ ਹਿੰਸਾ ਸਿਖਾਈ ਜਾਂਦੀ ਰਹੀ ਹੈ, ਜਿੱਥੇ ਮਹਾਨ ਕਾਨੂੰਨਦਾਨ ਮਨੂ ਨੇ ਉਪਦੇਸ਼ ਦਿੱਤਾ ਕਿ ਕੋਈ ਆਦਮੀ ਅਜਿਹੇ ਜਾਨਵਰ ਨੂੰ ਵੀ ਨਾ ਮਾਰੇ ਜੋ ਕਿਸੇ ਨੂੰ ਦੁਖੀ ਨਹੀਂ ਕਰਦਾ। ਆ ਦੇਖੋ ਮਨੂ ਬਾਰੇ ਕੀ ਕਹਿ ਰਿਹਾ ਹੈ ਕਿ ਕੋਈ ਆਦਮੀ ਅਜਿਹੇ ਜਾਨਵਰ ਨੂੰ ਵੀ ਨਾ ਮਾਰੇ ਜੋ ਕਿਸੇ ਨੂੰ ਦੁਖੀ ਨਹੀਂ ਕਰਦਾ, ਜਿੱਥੇ ਜਾਨ ਲੈਣਾ ਇੱਕ ਵੱਡਾ ਪਾਪ ਗਿਣਿਆ ਜਾਂਦਾ ਹੈ। ਨੌਜਵਾਨਾਂ ਦੇ ਦਿਮਾਗ ਇੰਨੇ ਵਿਗੜ ਜਾਣ ਕਿ ਉਹ ਬਿਨਾਂ ਭੜਕਾਹਟ ਤੇ ਕਤਲ ਕਰਨ ਵਰਗੇ ਅਣਮਨੁੱਖੀ ਕਾਰੇ ਕਰਨ ਲੱਗ ਪੈਣ। ਅਜਿਹੇ ਅਪਰਾਧ ਕੁਝ ਸਾਲ ਪਹਿਲਾਂ ਤੱਕ ਯੂਰਪ ਦੇ ਕੁਝ ਦੇਸ਼ਾਂ ਤੱਕ ਹੀ ਮਹਿਦੂਦ ਸਨ। ਬਿਨਾਂ ਸ਼ੱਕ ਸਾਡੇ ਵੀ ਧਾਰਮਿਕ ਜਨੂਨੀਆਂ ਦੀਆਂ, ਜਿਨ੍ਹਾਂ ਨੂੰ ਗਾਜ਼ੀ ਕਿਹਾ ਜਾਂਦਾ ਹੈ, ਕੁਝ ਮਿਸਾਲਾਂ ਹਨ ਜੋ ਸਰਹੱਦ 'ਤੇ ਕਦੀ-ਕਦੀ ਕਿਸੇ ਅੰਗਰੇਜ਼ ਨੂੰ ਮਾਰ ਦਿੰਦੇ ਸਨ। ਪਰ ਇਹ ਦੇਖ ਕੇ ਸਾਨੂੰ ਦੁੱਖ ਹੁੰਦਾ ਹੈ ਕਿ ਹੁਣ ਸਾਡੇ 'ਚ ਇਹ ਨਵੇਂ ਸਿਆਸੀ ਗਾਜ਼ੀ ਉੱਠੇ ਹਨ, ਜਹਾਦੀ, ਜੋ ਦੇਸ਼ ਲਈ ਦੁੱਖ ਤੇ ਸ਼ਰਮ ਦਾ ਨਵਾਂ ਕਾਰਨ ਬਣ ਗਏ ਹਨ। ਮੈਨੂੰ ਯਕੀਨ ਹੈ ਕਿ ਆਪਣੀ ਧਰਤੀ ਤੋਂ ਇਸ ਬੁਰਾਈ ਦੀਆਂ ਜੜ੍ਹਾਂ ਪੁੱਟਣ ਲਈ ਅਸੀਂ ਜੋ ਵੀ ਕਰ ਸਕਦੇ ਹਾਂ, ਉਹ ਕਰਨ ਦੀ ਇੱਛਾ ਬਾਰੇ ਅਸੀਂ ਸਾਰੇ ਇੱਕ ਮਤ ਹਾਂ। ਪਰ ਅਸੀਂ ਨਹੀਂ ਜਾਣਦੇ ਅਜਿਹਾ ਕਰਨ ਲਈ ਕੀ ਕਦਮ ਪੁੱਟੇ ਜਾਣ। ਅਸੀਂ ਵਾਰ-ਵਾਰ ਇਹਨਾਂ ਅਤਿਆਚਾਰਾਂ ਦੀ ਨਿਖੇਧੀ ਕੀਤੀ ਹੈ, ਪਰ ਜ਼ਾਹਰ ਹੈ ਕਿ ਜਿਹੜੇ ਇਹ ਕਰਦੇ ਹਨ ਸਾਡੇ ਅਸਰ ਦੀ ਪਹੁੰਚ ਤੋਂ ਬਾਹਰ ਚਲੇ ਗਏ ਹਨ। ਕਾਂਗਰਸ ਦੀ ਨੀਂਹ ਅੰਗਰੇਜ਼ ਰਾਜ ਪ੍ਰਤੀ ਵਫਾਦਾਰੀ 'ਤੇ ਟਿਕੀ ਹੋਈ ਹੈ। ਇਸ 'ਤੇ ਫਿਰ ਤਾੜੀਆਂ। ਕਾਂਗਰਸ ਦੀ ਨੀਂਹ ਅੰਗਰੇਜ਼ ਰਾਜ ਪ੍ਰਤੀ ਵਫਾਦਾਰੀ 'ਤੇ ਟਿਕੀ ਹੋਈ ਹੈ। ਇਸ 'ਤੇ ਡੈਲੀਗੇਟਾਂ ਦੀਆਂ ਤਾੜੀਆਂ। ਇਹ ਸਦਾ ਹੀ ਕਾਂਗਰਸ ਦਾ ਬੁਨਿਆਦੀ ਅਸੂਲ ਰਿਹਾ ਹੈ। ਕਾਂਗਰਸ ਨੇ ਕਦੇ ਵੀ ਕੁਝ ਅਜਿਹਾ ਨਹੀਂ ਕੀਤਾ ਜਾਂ ਕੁਝ ਅਜਿਹੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਜੋ ਇਸ ਵਿਚਾਰ ਦੀ ਥੋੜ੍ਹੀ ਜਿਹੀ ਵੀ ਸਾਕੀ ਭਰੇ ਕਿ ਕਾਂਗਰਸ ਅੰਗਰੇਜ਼ੀ ਰਾਜ ਨੂੰ ਉਲਟਾਉਣਾ ਚਾਹੁੰਦੀ ਹੈ। ਮੇਰਾ ਵਿਸ਼ਵਾਸ ਹੈ ਕਿ ਸੋਚਵਾਨ ਲੋਕਾਂ ਦੀ ਭਾਰੀ ਗਿਣਤੀ, ਮੇਰਾ ਮਤਲਬ ਉਹਨਾਂ ਤੋਂ ਹੈ ਜੋ ਇਹਨਾਂ ਸਵਾਲਾਂ ਨੂੰ ਸਮਝ ਸਕਦੇ ਹਨ, ਅੱਜ ਵੀ ਇਸ ਗੱਲ ਦੀ ਕਾਂਗਰਸ ਦੇ ਬਣਨ ਵੇਲੇ ਜਿੰਨੀ ਹੀ ਕਹਿਲ ਹੈ ਕਿ ਅੰਗਰੇਜ਼ੀ ਰਾਜ ਭਾਰਤ ਦੀ ਭਲਾਈ ਵਾਸਤੇ ਹੈ ਅਤੇ ਇਹ ਸਾਡੇ ਫਾਇਦੇ ਦੀ ਗੱਲ ਹੈ ਕਿ ਆਉਣ ਵਾਲੇ ਲੰਮੇ ਸਮੇਂ ਲਈ ਇਹ ਰਾਜ ਕਾਇਮ ਰਹੇ। ਇਹ ਵਿਸ਼ਵਾਸ ਹੈ ਕਿ ਅੰਗਰੇਜ਼ੀ ਰਾਜ ਭਾਰਤ ਦੇ ਭਲੇ ਲਈ ਹੈ, ਸਾਡੇ ਦੇਸ਼ ਨੂੰ ਖੁਸ਼ਹਾਲੀ ਅਤੇ ਸ਼ਕਤੀ ਦੇ ਮਰਤਬੇ 'ਤੇ ਇੱਕ ਵਾਰ ਮੁੜ ਪਹੁੰਚਾਉਣ ਵਿੱਚ ਸਾਡੀ ਮਦਦ ਲਈ ਹੈ। ਸਾਡੇ ਦੇਸ਼ ਪ੍ਰਤੀ ਸਾਡਾ ਫਰਜ਼ ਹੀ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਇਸ ਰਾਜ ਨੂੰ ਵਫਾਦਾਰੀ ਸਹਿਤ ਪ੍ਰਵਾਨ ਕਰੀਏ। ਇਹ 1909 ਦੀ ਗੱਲ ਹੈ, ਜਦੋਂ ਮਦਨ ਲਾਲ ਢੀਂਗਰਾ ਨੂੰ ਫਾਂਸੀ ਦਿੱਤੀ ਜਾ ਚੁੱਕੀ ਸੀ। ਇਕੱਲੇ ਉਹਦੇ ਘਰਦਿਆਂ ਨੇ ਉਹਨੂੰ ਬੇਦਾਵਾ ਨਹੀਂ ਦਿੱਤਾ। ਤਕਰੀਬਨ, ਕਿਉਂਕਿ ਕਾਂਗਰਸ ਪਾਰਟੀ ਉਸ ਵੇਲੇ ਹਿੰਦੂ ਬਹੁ ਗਿਣਤੀ ਦੀ ਨੁਮਾਇੰਦਗੀ ਕਰਦੀ ਸੀ, ਸੋ ਇੱਕ ਹਿਸਾਬ ਨਾਲ ਕਾਂਗਰਸ ਨੇ ਅਤੇ ਜਿਹੜੇ ਉਹਦਾ ਹਮਾਇਤੀ ਭਾਰਤੀ ਵਰਗ ਸੀ ਉਹਨਾਂ ਸਾਰਿਆਂ ਨੇ ਉਹਨੂੰ ਬੇਦਾਵਾ ਦਿੱਤਾ ਸੀ। ਪਰ ਹੁਣ ਆਪਾਂ ਦੇਖੀਏ, ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀ ਇਹਦੀਆਂ ਪਰਤਾਂ ਬੜੀਆਂ ਬਣਦੀਆਂ। ਜੇ ਇਹੀ ਲੌਜਿਕ ਸ਼ਹੀਦ ਭਗਤ ਸਿੰਘ 'ਤੇ ਲਾਗੂ ਕੀਤਾ ਜਾਵੇ,
ਜੇ ਮਦਨ ਲਾਲ ਢੀਂਗਰਾ ਤੇ ਇਹ ਦੋਸ਼ ਲੱਗਦਾ ਹੈ ਕਿ ਉਹਨੇ ਇੱਕ ਨਿਰਦੋਸ਼ ਵਿਅਕਤੀ ਨੂੰ, ਹਾਲਾਂਕਿ ਉਹ ਨਿਰਦੋਸ਼ ਨਹੀਂ ਸੀ, ਇੱਕ ਅਹਿਮ ਪੁਰਜਾ ਸੀ ਸਰਕਾਰ ਦਾ, ਤਾਂ ਫਿਰ ਤਾਂ ਸ਼ਹੀਦ ਭਗਤ ਸਿੰਘ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਸਾਂਡਰਸ ਨੂੰ ਮਾਰਨਾ ਇੱਕ ਨਿਰਦੋਸ਼ ਵਿਅਕਤੀ ਨੂੰ ਮਾਰਨਾ ਸੀ। ਤੇ ਜਿਵੇਂ ਇੱਥੇ ਡਾਕਟਰ ਲਾਲ ਕਾਕਾ ਆ ਗਿਆ ਸੀ ਵਿੱਚ ਉਹਨੂੰ ਬਚਾਉਣ ਲਈ, ਤੇ ਉਹਦੇ ਗੋਲੀ ਵੱਜ ਗਈ ਸੀ, ਉਹ ਮਾਰਿਆ ਗਿਆ ਸੀ। ਉਸੇ ਤਰ੍ਹਾਂ ਜਦੋਂ ਸਾਂਡਰਸ ਨੂੰ ਬਚਾਉਣ ਲਈ ਇੱਕ ਅੰਗਰੇਜ਼ ਹੌਲਦਾਰ, ਆਪਣਾ ਅੰਗਰੇਜ਼ ਨਹੀਂ ਸਿੱਖ ਹੌਲਦਾਰ ਚੰਦਨ ਸਿੰਘ ਅੱਗੇ ਆਇਆ, ਤਾਂ ਉਹਨੂੰ ਵੀ ਗੋਲੀ ਮਾਰੀ, ਉਹ ਮਰ ਗਿਆ। ਸੋ ਇਹ ਸਾਰੇ ਦੋਸ਼ ਸ਼ਹੀਦ ਭਗਤ ਸਿੰਘ 'ਤੇ ਵੀ ਲੱਗ ਸਕਦੇ ਨੇ ਜੇ ਇਹ ਲੌਜਿਕ ਨੂੰ ਟਿਕਾਉਣਾ ਹੋਵੇ। ਪਰ ਜਦੋਂ ਸ਼ਹੀਦ ਭਗਤ ਸਿੰਘ ਨੇ ਇਹ ਕਾਰਨਾਮਾ ਕੀਤਾ, ਉਦੋਂ ਹਾਲਾਤ ਬਦਲ ਗਏ ਸੀ। ਉਦੋਂ ਇੱਕ ਬਹੁਤ ਵੱਡੀ ਲਹਿਰ ਉੱਠ ਖੜੀ ਹੋਈ ਸੀ ਤੇ ਖੁਦ ਕਾਂਗਰਸ ਪਾਰਟੀ ਨੇ ਉਸ ਮੌਕੇ ਆਪਦੀ ਪੋਜੀਸ਼ਨ ਬਦਲ ਲਈ ਸੀ। ਰਾਜ ਪ੍ਰਤੀ ਵਫਾਦਾਰੀ ਨੂੰ ਛੱਡ ਕੇ ਰਾਜ ਨੂੰ ਬਦਲਣ ਦਾ ਏਜੰਡਾ ਸਾਹਮਣੇ ਲੈ ਆਂਦਾ ਸੀ। ਚਲੋ ਉਹ ਗੱਲ ਹੋ ਗਈ। ਫਿਰ ਇਹਨਾਂ ਨੇ ਕੀ ਕੀਤਾ ਕਿ ਦਸੰਬਰ 1976 ਵਿੱਚ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ, ਤਾਂ ਉਸ ਮੌਕੇ ਦੇਸ਼ ਦੇ ਵਿੱਚ ਜਿਹੜੀਆਂ ਇੱਕ ਰਾਸ਼ਟਰਵਾਦੀ ਭਾਵਨਾਵਾਂ ਦੀ ਲਹਿਰ ਖੜੀ ਕਰਨ ਵਾਸਤੇ ਇਹ ਉਚੇਚੇ ਤੌਰ 'ਤੇ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਜਿਹੜੀਆਂ ਅਸਥੀਆਂ ਉਹ ਇੰਗਲੈਂਡ ਤੋਂ ਲੈ ਕੇ ਆਏ ਤੇ ਸਾਰੇ ਦੇਸ਼ ਵਿੱਚ ਉਹਨਾਂ ਅਸਥੀਆਂ ਦਾ ਜਲੂਸ ਕੱਢਿਆ ਗਿਆ। ਤੇ ਅਖੀਰ ਨੂੰ ਉਹਨਾਂ ਅਸਥੀਆਂ ਨੂੰ ਮਹਾਰਾਸ਼ਟਰ ਦੇ ਇੱਕ ਸ਼ਹਿਰ ਅਕੋਲਾ ਵਿੱਚ ਇੱਕ ਚੌਕ ਮਦਨ ਲਾਲ ਢੀਂਗਰਾ ਦੇ ਨਾਂ 'ਤੇ ਰੱਖਿਆ ਤੇ ਉੱਥੇ ਜਾ ਕੇ ਉਹਨਾਂ ਨੂੰ ਅੱਜ ਵੀ ਉਹ ਅਸਥੀਆਂ ਉੱਥੇ ਪਈਆਂ। ਹੁਣ ਸਵਾਲ ਖੜਾ ਹੁੰਦਾ ਕਿ ਉਹ ਅਸਥੀਆਂ ਇੱਥੇ ਮਦਨ ਲਾਲ ਢੀਂਗਰਾ ਦੇ ਘਰ 'ਚ ਕਿਉਂ ਨਾ ਰੱਖੀਆਂ, ਜਾਂ ਮਦਨ ਲਾਲ ਢੀਂਗਰਾ ਦੇ ਘਰ ਨੂੰ ਉਹਦੀ ਯਾਦਗਾਰ ਕਿਉਂ ਨਾ ਬਣਾਇਆ। ਉਹਦਾ ਕਾਰਨ ਇਹ ਸੀ ਕਿ ਉਹਦੇ ਵਾਰਸ ਅੱਜ ਤੱਕ ਵੀ ਉਸ ਨੂੰ ਓਨ ਨਹੀਂ ਕਰ ਰਹੇ। ਉਹ ਅੱਜ ਵੀ ਕਹਿੰਦੇ ਨੇ ਕਿ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ। ਜਦੋਂ ਅਸਥੀਆਂ ਆਈਆਂ ਤਾਂ ਉਹਦੇ ਪਰਿਵਾਰ ਦਾ, ਉਹਦੇ ਵਾਰਸਾਂ 'ਚੋਂ ਕੋਈ ਵੀ ਬੰਦਾ ਉਹਨਾਂ ਦਾ ਸਵਾਗਤ ਕਰਨ ਲਈ ਜਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਹ ਸ਼ਾਮਲ ਨਹੀਂ ਹੋਇਆ। ਫਿਰ 2015 ਦੇ ਵਿੱਚ ਵੱਡੀ ਪੱਧਰ ਦੇ ਉੱਤੇ ਬੀਜੇਪੀ ਨੇ ਇੱਕ ਮੁਹਿੰਮ ਚਲਾਈ ਕਿ ਪੰਜਾਬ ਦੇ ਵਿੱਚ ਮਦਨ ਲਾਲ ਢੀਂਗਰਾ ਦੇ ਘਰ ਨੂੰ ਉਹਦੀ ਯਾਦਗਾਰ ਵਜੋਂ ਵਰਤਿਆ ਜਾਵੇ, ਪਰ ਉਹਦੇ ਵਾਰਸਾਂ ਨੇ ਉਹ ਘਰ ਦੇਣ ਤੋਂ ਇਨਕਾਰ ਕਰਤਾ। ਫਿਰ ਬੀਜੇਪੀ ਦੀ ਐਮਐਲਏ ਲక్ష్ਮੀਕਾਂਤ ਚਾਵਲਾ ਨੇ ਕਿਹਾ ਕਿ ਮੈਂ ਇਹਨੂੰ ਖਰੀਦਣਾ ਚਾਹੁੰਦੀ ਹਾਂ, ਮੈਨੂੰ ਮੁੱਲ ਦੇ ਦਿਓ। ਉਹਨਾਂ ਨੇ ਕਿਹਾ ਤੈਨੂੰ ਨਹੀਂ ਦੇਣਾ। ਉਹਨਾਂ ਨੇ ਕਿਸੇ ਹੋਰ ਨੂੰ ਵੇਚਤਾ। ਗੱਲ ਕੀ ਕਿ ਉਹਨਾਂ ਨੇ ਯਾਦਗਾਰ ਨਹੀਂ ਬਣ ਦਿੱਤੀ। ਸੋ ਇਹ ਵਰਤਾਰਾ ਵੀ ਚੱਲਦਾ ਹੈ। ਪਰਿਵਾਰਾਂ ਵੱਲੋਂ ਦੋਵੇਂ ਗੱਲਾਂ ਚੱਲਦੀਆਂ ਹਨ। ਪਰਿਵਾਰਾਂ ਵੱਲੋਂ ਸ਼ਹੀਦਾਂ ਦਾ ਅਤੇ ਆਪਣੇ ਸੂਰਮੇ ਪੁੱਤਰਾਂ ਦਾ ਸਾਥ ਵੀ ਦਿੱਤਾ ਜਾਂਦਾ ਹੈ, ਅਤੇ ਪਰ ਨਾਲ ਜਿਨ੍ਹਾਂ ਦੇ ਖੂਨ ਦੇ ਵਿੱਚ ਜਿਹੜੀ ਹੈਗੀ ਹੈ ਰਾਜ ਭਗਤੀ ਉਹ ਰਚ ਚੁੱਕੀ ਹੁੰਦੀ ਹੈ, ਉਹ ਫਿਰ ਇਸ ਤਰ੍ਹਾਂ ਵੀ ਕਰਦੇ ਨੇ। ਸੋ ਇਹ ਜਿਹੜਾ ਹੈਗਾ ਕਾਂਗਰਸ ਦਾ ਦੰਭ ਵੀ 1909 'ਚ ਕੀ ਕਹਿ ਰਹੇ ਨੇ, ਮੁੜ ਕੇ ਫਿਰ ਉਹਦੀਆਂ ਅਸਥੀਆਂ ਲਿਆ ਕੇ ਜਲੂਸ ਕੱਢਣਾ ਅਤੇ ਉਹਦੇ ਪ੍ਰਤੀ ਸ਼ਰਧਾ ਦਿਖਾਉਣੀ, ਇਹ ਜਿਹੜਾ ਸਾਰਾ ਦੋਗਲਾਪਣ ਹੈ, ਇਹ ਜਿਹੜਾ ਦੰਭ ਹੈ, ਇਹ ਇਕੱਲੀ ਕਾਂਗਰਸ ਦਾ ਨਹੀਂ, ਇਹ ਭਾਰਤ ਦੀ ਸਾਰੀ ਪੋਲੀਟੀਕਲ ਕਲਾਸ ਦਾ ਹੈ। ਸੋ ਤਾਂ ਮੈਂ ਕਿਹਾ ਸੀ ਵੀ ਜਦੋਂ ਆਪਾਂ ਇਸ ਮਸਲੇ ਨੂੰ ਵਿਚਾਰਾਂਗੇ ਤਾਂ ਇਹਦੇ 'ਚੋਂ ਬੜਾ ਕੁਛ ਕਈਆਂ ਦੇ ਚਿਹਰੇ ਉੱਗੜ ਕੇ ਸਾਹਮਣੇ ਆਉਣਗੇ। ਸੋ ਤੁਸੀਂ ਇਸ ਸਾਰੀ ਹਾਲਾਤ ਨੂੰ ਅੱਜ ਦੇ ਹਾਲਾਤ 'ਤੇ ਟੁਕਾ ਲਓ ਕਿ ਜਦੋਂ ਕਿਸੇ ਕੌਮ ਨੂੰ ਬੇਹਥਿਆਰ ਕਰ ਦਿੱਤਾ ਜਾਵੇ ਅਤੇ ਬੰਦੂਕ ਉਹਦੀ ਪਹੁੰਚ ਤੋਂ ਪਾਸੇ ਕਰ ਦਿੱਤੀ ਜਾਵੇ, ਉਹਨੂੰ ਫਿਰ ਕੀ ਕਰਨਾ ਪੈਂਦਾ ਹੈ? ਆਪਦੀ ਗੈਰਤ ਅਤੇ ਆਪਦੀ ਅਣਖ ਦੀ ਰਾਖੀ ਕਰਨ ਵਾਸਤੇ। ਸੋ ਪੰਜਾਬ ਵਿੱਚ ਇਹੀ ਕੁਛ ਹੋਇਆ ਅਤੇ ਇਹੀ ਕੁਛ ਹੋ ਰਿਹਾ ਹੈ, ਅਤੇ ਇਸ ਕਰਕੇ ਇਹ ਇੱਕ ਐਲਾਨੇ ਜੰਗ ਦੀ ਹਾਲਤ ਬਣੀ ਹੋਈ ਹੈ ਸਿੱਖਾਂ ਦੇ ਖਿਲਾਫ, ਇੱਕ ਪਾਵਰਫੁਲ ਸਟੇਟ ਵੱਲੋਂ, ਅਤੇ ਸਿੱਖਾਂ ਨੇ ਹੁਣ ਆਪਣੇ ਆਪ ਨੂੰ ਬਚਾਉਣਾ ਇਸ ਦੇ ਵਿੱਚੋਂ, ਅਤੇ ਉਹਨਾਂ ਨੂੰ ਇਤਿਹਾਸ ਦੇ ਜਿਹੜੇ ਇਸ ਤਰ੍ਹਾਂ ਦੇ ਕਾਂਡ ਨੇ ਇਹਨਾਂ ਦੀ ਜ਼ਰੂਰ ਇੱਕ ਨਿਰਖ ਪਰਖ ਕਰਨੀ ਚਾਹੀਦੀ ਹੈ। ਇਹਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲੂਗਾ। ਸੋ ਅੱਜ ਦਾ ਮੇਰੀ ਗੱਲਬਾਤ ਕਰਨ ਦਾ ਜਿਹੜਾ ਮਨੋਰਥ ਸੀ ਉਹ ਸਿਰਫ ਇੰਨਾ ਹੀ ਸੀ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ। ਬਾਕੀ ਫਿਰ ਅਗਲੇ ਭਾਗ ਦੇ ਵਿੱਚ ਇੱਕ ਨਵਾਂ ਵਿਸ਼ਾ ਲੈ ਕੇ ਫਿਰ ਚਰਚਾ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।